गुर परमेसर एको जाने। गुरु मेरे संग सदा है नाले। जिन जपयो अर्जन देव गुरु, फिर संकट गरब जोन नहीं आयो। ਇਹੋ ਜਿਹੀ ਕਈ ਤੁਕਾਂ ਸੁਣਾ ਕੇ ਗੁਰਬਾਣੀ ਵਿੱਚੋਂ ਪੁਜਾਰੀ ਸਾਨੂੰ ਆਪਣੇ ਹਿਸਾਬ ਨਾਲ ਕਰਦਾ ਹੈ ਟ੍ਰੈਪਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਦਾ ਸਵਾਗਤ ਹੈ ਜੀ ਸਾਡੀ ਸੀਰੀਜ਼ ਟ੍ਰੈਪਡ ਦੇ ਵਿੱਚ। ਜਦੋਂ ਵੀ ਕਿਸੇ ਲਿਖਤ ਨੂੰ, ਕਿਸੇ ਦੀ ਲਿਖੀ ਹੋਈ ਕਿਸੇ ਚੀਜ਼ ਨੂੰ ਪੜ੍ਹਨਾ ਹੈ, ਕੁਛ ਵੀ ਪੜ੍ਹਨਾ ਹੈ, ਆਪਾਂ ਪੜ੍ਹਦੇ ਹਾਂ ਤਾਂ ਉਹਨੂੰ ਸਮਝਣ ਵਾਸਤੇ ਕੁਛ ਇੱਕ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਪੈਂਦੀਆਂ। ਕਿਸੇ ਨੇ ਕੁਛ ਲਿਖਿਆ ਹੈ, ਉਹਨੂੰ ਆਪਾਂ ਸਮਝਣਾ ਹੈ ਵੀ ਜੋ ਗੱਲ ਲਿਖੀ ਗਈ ਹੈ ਕਿਉਂ ਲਿਖੀ ਗਈ ਹੈ, ਕਿਸ ਕਾਰਨ ਲਿਖੀ ਗਈ ਹੈ। ਉਹਨੂੰ ਸਮਝਣ ਵਾਸਤੇ ਕੁਛ ਇੱਕ ਚੀਜ਼ਾਂ ਸਾਨੂੰ ਆਪਣੇ ਧਿਆਨ 'ਚ ਰੱਖਣੀਆਂ ਪੈਂਦੀਆਂ। ਜਿੱਦਾਂ ਜਦੋਂ ਗੱਲ ਲਿਖੀ ਗਈ ਉਹ ਕਿਸ ਮਾਹੌਲ ਦੇ ਵਿੱਚ, ਯਾਨੀ ਕਿਸ परिस्थितियां ਦੇ ਵਿੱਚ ਲਿਖੀ ਗਈ, ਕਿਹਨੂੰ ਸੰਬੋਧਨ ਕਰਕੇ ਲਿਖੀ ਗਈ, ਕਿਸ ਦੇ ਬਾਰੇ ਲਿਖੀ ਗਈ, ਜਾਂ ਕਿਸ ਦਾ ਐਗਜ਼ਾਮਪਲ ਲੈ ਕੇ ਲਿਖੀ ਗਈ, ਤੇ ਉਸ ਬੰਦੇ ਦਾ ਉਸ ਮੋਟਿਵ ਕੀ ਸੀ ਉਸ ਚੀਜ਼ ਨੂੰ ਲਿਖਣ ਦਾ ਜਾਂ ਉਸ ਚੀਜ਼ ਨੂੰ ਸਮਝਾਉਣ ਦਾ। ਭਾਵੇਂ ਉਹ ਗੱਲ ਲਿਖੀ ਗਈ ਹੋਏ, ਭਾਵੇਂ ਗੱਲ ਬੋਲੀ ਗਈ ਹੋਏ, ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਲਓ, ਤਾਂ ਹਰ ਜਗ੍ਹਾ 'ਤੇ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਕਿ ਸਰਕਮਸਟੈਂਸਿਸ ਕੀ ਚੱਲਦੇ ਪਏ ਸੀਗੇ ਉਸ ਟਾਈਮ, ਕਿਸ ਚੀਜ਼ ਬਾਰੇ ਗੱਲ ਹੁੰਦੀ ਪਈ ਸੀਗੀ, ਔਰ ਜੋ ਗੱਲ ਸਮਝਾਈ ਗਈ ਹੈ ਉਹ ਕਿਹਦਾ ਐਗਜ਼ਾਮਪਲ ਲੈ ਕੇ ਸਮਝਾਈ ਗਈ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਸਮਝਦੇ ਹਾਂ। ਮੰਨ ਲਓ ਕੋਈ ਮੋਟੀਵੇਸ਼ਨਲ ਸਪੀਕਰ ਹੈਗਾ। ਮੋਟੀਵੇਸ਼ਨਲ ਸਪੀਕਰ ਜਦੋਂ ਵੀ ਆਪਣੀ ਕੋਈ ਗੱਲ ਕਰਦਾ ਹੈ, ਸਾਨੂੰ ਪਤਾ ਹੈ ਕਿ ਉਹ ਜੋ ਗੱਲ ਕਰੇਗਾ ਉਹ ਕਿਸੇ ਚੀਜ਼ ਨੂੰ, ਸਾਡੀ ਲਾਈਫ ਨੂੰ ਮੋਟੀਵੇਟ ਕਰਨ ਵਾਸਤੇ ਗੱਲ ਕਰੇਗਾ, ਕਿ ਜੋ ਵੀ ਉਹ ਚੀਜ਼ਾਂ ਐਗਜ਼ਾਮਪਲ ਲਏਗਾ ਉਹ ਸਾਨੂੰ ਮੋਟੀਵੇਟ ਕਰਨ ਵਾਸਤੇ ਲਏਗਾ। ਫੋਰ ਐਗਜ਼ਾਮਪਲ, ਅਗਰ ਮੰਨ ਲਓ ਕਿਸੇ ਮੋਟੀਵੇਸ਼ਨਲ ਸਪੀਕਰ, ਕੋਈ ਮੋਟੀਵੇਸ਼ਨਲ ਬੰਦਾ ਹੈ, ਲਿਖਿਆ ਹੈ ਜਾਂ ਬੋਲਦਾ ਪਿਆ ਹੈ ਕਿ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਸਕਸੈਸ ਹੋਣਾ ਹੈ, ਸਫਲਤਾ ਲੈਣੀ ਹੈ, ਤੇ ਸਫਲਤਾ ਇੱਕ ਆਰਾਮ ਨਾਲ ਨਹੀਂ ਮਿਲਦੀ, ਮੁਸ਼ਕਿਲ ਕੰਮ ਹੈ। ਜਿੱਦਾਂ ਇੱਕ ਹਿਮਾਲਿਆ ਪਰਬਤ 'ਤੇ ਚੜ੍ਹਨਾ, ਅਗਰ ਤੁਸੀਂ ਹਿਮਾਲਿਆ ਪਰਬਤ 'ਤੇ ਚੜ੍ਹਦੇ ਹੋ ਤਾਂ ਤੁਹਾਨੂੰ ਉਹਦੇ ਵਾਸਤੇ ਪੂਰੀ ਤਿਆਰੀ ਕਰਨੀ ਪਏਗੀ, ਉਹਦੀ ਪੂਰੀ ਸਟ੍ਰੈਟਜੀ ਬਣਾਉਣੀ ਪਏਗੀ, ਉਹਨੂੰ ਕਿੱਦਾਂ ਕੀ ਕੰਪਲੀਕੇਸ਼ਨਸ ਹੈਗੀਆਂ ਉਹ ਚੀਜ਼ ਨੂੰ ਸਮਝਣਾ ਪਏਗਾ, ਆਕਸੀਜਨ ਸਿਲੰਡਰ ਨਾ ਰੱਖਣੇ ਪੈਣਗੇ, ਹਰ ਚੀਜ਼ਾਂ ਤੁਹਾਨੂੰ ਉਸ ਦੀ ਤਿਆਰੀ ਕਰਕੇ ਕਰੋਗੇ ਤਾਂ ਤੁਸੀਂ ਹਿਮਾਲਿਆ ਪਰਬਤ 'ਤੇ ਚੜ੍ਹ ਪਾਓਗੇ। ਅਗਰ ਤੁਸੀਂ ਬਿਨਾਂ ਤਿਆਰੀ ਦੇ ਉਸ ਜਗ੍ਹਾ 'ਤੇ ਜਾਂਦੇ ਹੋ, ਜਾਣ ਦੀ ਕੋਸ਼ਿਸ਼ ਕਰਦੇ, ਤੁਸੀਂ ਹਮੇਸ਼ਾ ਫੇਲ ਹੋਵੋਗੇ। ਹੁਣ ਇਹ ਬੰਦਾ ਤਾਂ ਸਾਨੂੰ ਚੀਜ਼ ਸਮਝਾ ਰਿਹਾ ਕਿ ਜ਼ਿੰਦਗੀ ਜੋ ਕੰਪਲੈਕਸ ਚੀਜ਼ ਹੈ, ਹਰ ਚੀਜ਼ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਸਾਨੂੰ, ਉਸ ਤਰੀਕੇ ਨਾਲ ਚੀਜ਼ ਸਮਝਾ ਰਿਹਾ। ਪਰ ਉਹ ਐਗਜ਼ਾਮਪਲ ਕਿਹਦਾ ਲੈਂਦਾ ਪਿਆ? ਹਿਮਾਲਿਆ ਪਰਬਤ ਦਾ। ਉਹ ਹਿਮਾਲਿਆ ਪਰਬਤ ਦੇ ਬਾਰੇ ਨਹੀਂ ਸਮਝਾ ਰਿਹਾ, ਸਮਝਾ ਕੇ ਦੇ ਬਾਰੇ ਲੈ ਸਾਡੀ ਲਾਈਫ ਦੇ ਬਾਰੇ। ਮਤਲਬ ਇੱਥੇ ਜੋ ਹਿਮਾਲਿਆ ਪਰਬਤ ਲਿੱਤਾ ਹੈ ਇਹਦਾ ਰੈਫਰੈਂਸ ਯੂਜ਼ ਕੀਤੀ ਗਈ ਹੈ, ਉਹਦਾ ਇਸ ਚੀਜ਼ ਦੇ ਵਿੱਚ ਕੋਈ ਰੋਲ ਨਹੀਂ ਹੈਗਾ, ਉਸ ਚੀਜ਼ ਦੇ ਬਾਰੇ ਗੱਲ ਨਹੀਂ ਕਰਦਾ ਪਿਆ। ਜਾਂ ਮੰਨ ਲਓ ਤੁਸੀਂ ਬੈਠੇ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ, ਨਾਲ ਤੁਹਾਡਾ ਦੋਸਤ ਬੈਠਾ ਹੈ, ਅਤੇ ਤੁਸੀਂ ਸਾਹਮਣੇ ਵਾਲੇ ਕਿਸੇ ਤੀਸਰੇ ਬੰਦੇ ਨਾਲ ਗੱਲ ਕਰਦੇ ਪਏ ਹੋ ਕਿ ਯਾਰ ਮੇਰੇ ਘਰ ਦਾ ਸਿਸਟਮ ਸਹੀ ਨਹੀਂ ਚੱਲਦਾ ਪਿਆ, ਮੈਂ ਤਾਂ ਬਹੁਤ ਕੋਸ਼ਿਸ਼ ਕਰਕੇ ਦੇਖ ਲਈ ਹੈ, ਮੇਰੇ ਤੋਂ ਠੀਕ ਨਹੀਂ ਹੋ ਰਿਹਾ, ਤੂੰ ਇਹਨੂੰ ਠੀਕ ਕਰ। ਉਹ ਬੰਦਾ ਕਹਿੰਦਾ ਠੀਕ ਹੈ, ਕੋਈ ਗੱਲ ਨਹੀਂ, ਮੈਂ ਕੱਲ੍ਹ ਆਉਣਾ, ਮੈਂ ਦੇਖਦਾ ਉਸ ਚੀਜ਼ ਨੂੰ ਸਹੀ ਕਰਦਾ। ਨਾਲ ਬੈਠਾ ਤੁਹਾਡਾ ਦੋਸਤ ਪੁੱਛਦਾ ਹੈ, ਯਾਰ ਤੂੰ ਨੂੰ ਕਹੀ ਹੈ ਨਾ ਤੇਰੇ ਘਰ ਦਾ ਸਿਸਟਮ ਸਹੀ ਨਹੀਂ ਚੱਲਦਾ ਪਿਆ, ਤੇ ਤੂੰ ਮੈਨੂੰ ਤਾਂ ਅਜੇ ਤੱਕ ਗੱਲ ਨਹੀਂ ਕੀਤੀ, ਕੋਈ ਦਿੱਕਤ ਚੱਲਦੀ ਪਈ ਹੈ, ਕੋਈ ਪਰੇਸ਼ਾਨੀ ਆ ਰਹੀ ਤੇਰੇ ਘਰ ਦੇ, ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਕਹਿੰਦਾ ਨਹੀਂ, ਐਸੀ ਕੋਈ ਗੱਲ ਨਹੀਂ, ਕੋਈ ਪਰੇਸ਼ਾਨੀ ਨਹੀਂ ਆ ਰਹੀ। ਕਹਿੰਦਾ ਫਿਰ ਤੂੰ ਹੀ ਦੋਨੋਂ ਕਹਿ ਰਿਹਾ ਕਿ ਮੇਰੇ ਘਰ ਦਾ ਸਿਸਟਮ ਸਹੀ ਨਹੀਂ ਚੱਲਦਾ ਪਿਆ, ਉਹਦੇ ਦਿੱਕਤ ਆ ਰਹੀ ਹੈ। ਉਹ ਕਹਿੰਦਾ ਨਹੀਂ ਯਾਰ, ਇਹ ਤਾਂ ਕੰਪਿਊਟਰ ਇੰਜੀਨੀਅਰ ਸੀਗਾ, ਕੰਪਿਊਟਰ ਠੀਕ ਕਰਨ ਵਾਲਾ ਬੰਦਾ ਹੈ, ਮੈਂ ਤਾਂ ਘਰ ਦੇ ਕੰਪਿਊਟਰ ਦੀ ਗੱਲ ਕਰਦਾ ਪਿਆ ਕਿ ਮੇਰੇ ਘਰ ਦਾ ਕੰਪਿਊਟਰ ਠੀਕ ਨਹੀਂ ਚੱਲਦਾ ਪਿਆ, ਉਸ ਕੰਪਿਊਟਰ ਨੂੰ ਤੂੰ ਆ ਕੇ ਦੇਖ ਲੈ, ਠੀਕ ਕਰ ਦੇ, ਮੈਂ ਤਾਂ ਬੜੀ ਕੋਸ਼ਿਸ਼ ਕਰ ਲਈ, ਮੈਨੂੰ ਸਮਝ ਨਹੀਂ ਆ ਪਾ ਰਹੀ ਉਹ ਕਿੱਦਾਂ ਠੀਕ ਹੋਏਗਾ। ਫਿਰ ਉਹਨੂੰ ਗੱਲ ਸਮਝ ਆਉਂਦੀ ਹੈ ਕਿ ਇਹ ਜੋ ਸਿਸਟਮ ਵਰਡ ਯੂਜ਼ ਕੀਤਾ ਗਿਆ ਸੀਗਾ ਉਹ ਮਾਹੌਲ ਵਾਸਤੇ ਯੂਜ਼ ਨਹੀਂ ਕੀਤਾ ਗਿਆ, ਉਹ ਸਿਸਟਮ ਵਰਡ ਜੋ ਹੈ ਕੰਪਿਊਟਰ ਸਿਸਟਮ ਵਾਸਤੇ ਯੂਜ਼ ਕੀਤਾ ਗਿਆ।
ਇਸੇ ਤਰ੍ਹਾਂ ਕਈ ਗੱਲਾਂ ਹੁੰਦੀਆਂ ਜੋ ਸਾਨੂੰ ਸਮਝ ਨਹੀਂ ਆਉਂਦੀ, ਆਪਾਂ ਉਸ ਤਰੀਕੇ ਨਾਲ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਕੋਈ ਬੰਦਾ ਕੋਈ ਅਕਾਊਂਟੈਂਟ ਹੈਗਾ, ਉਹਨੂੰ ਕੋਈ ਗੱਲ ਸਮਝਾਈ ਜਾ ਰਹੀ ਹੈ ਲਾਈਫ ਦੇ ਬਾਰੇ, ਉਹਨੂੰ ਬੰਦਾ ਕਹੇ ਕਿ ਯਾਰ ਜੋ ਲਾਈਫ ਹੈ ਨਾ ਇੱਕ ਬੈਲੈਂਸ ਸ਼ੀਟ ਵਰਗੀ ਹੈ, ਜਿੰਨੀ ਤੂੰ ਇਨਪੁਟ ਜੋ ਹੈ ਆਪਣੇ ਬਿਜ਼ਨਸ ਵਿੱਚ ਦੇਣਾ, ਆਪਣੇ ਕੰਮ ਵਿੱਚ ਦੇਣਾ ਹੈ, ਉਨੀ ਇਨਪੁਟ ਜੋ ਹੈ ਤੈਨੂੰ ਆਪਣੀ ਸੋਸ਼ਲ ਲਾਈਫ ਦੇ ਵਿੱਚ ਦੇਣੀ ਪਏਗੀ। ਸੋਸ਼ਲ ਲਾਈਫ 'ਚ ਸਭ ਕੁਝ ਇੰਕਲੂਡ ਹੋ ਰਿਹਾ, ਫੈਮਿਲੀ ਵਗੈਰਾ ਸਭ ਕੁਝ ਇੰਕਲੂਡ ਹੋ ਰਿਹਾ, ਠੀਕ ਹੈ। ਜਿੰਨੀ ਇਨਪੁਟ ਤੂੰ ਆਪਣੇ ਬਿਜ਼ਨਸ 'ਚ ਦੇ ਰਿਹਾ, ਉਨੀ ਇਨਪੁਟ ਤੈਨੂੰ ਆਪਣੇ ਸੋਸ਼ਲ ਲਾਈਫ 'ਚ ਵੀ ਦੇਣੀ ਪਏਗੀ। ਤਾਂ ਹੀ ਦੋਨੋਂ ਬੈਲੈਂਸ ਹੋ ਕੇ ਚੱਲ ਪਾਣਗੀਆਂ। ਤਾਂ ਹੀ ਤੂੰ ਅਗਰ ਕਿਤੇ ਵੀ ਇੱਕ ਜਗ੍ਹਾ ਇਨਪੁਟ ਜ਼ਿਆਦਾ ਦੇ ਦੇਗਾ, ਇੱਕ ਜਗ੍ਹਾ ਇਨਪੁਟ ਘੱਟ ਦੇਗਾ, ਤਾਂ ਤੈਨੂੰ ਇੱਕ ਜਗ੍ਹਾ ਫਾਇਦਾ ਔਰ ਦੂਜੀ ਜਗ੍ਹਾ ਨੁਕਸਾਨ ਹੀ ਹੋਏਗਾ। ਤਾਂ ਦੋਨਾਂ ਨੂੰ ਅਗਰ ਤੂੰ ਰੱਖਣਾ ਚਾਹੁੰਦਾ ਬਰਾਬਰ ਫਾਇਦੇ 'ਚ, ਤਾਂ ਦੋਨਾਂ ਦੀ ਇਨਪੁਟ ਬਰਾਬਰ ਰੱਖਣੀ ਪਏਗੀ। ਹੁਣ ਇੱਥੇ ਦੀ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਲਾਈਫ ਨੂੰ ਸਹੀ ਕਰਨ ਦੀ, ਸਹੀ ਤਰੀਕੇ ਨਾਲ ਚਲਾਉਣ ਦੀ, ਵੀ ਹਮੇਸ਼ਾ ਕੰਮ ਵਿੱਚ ਨਾ ਵੜੇ ਰਹੋ ਜਾਂ ਹਮੇਸ਼ਾ ਆਪਣੀ ਫੈਮਿਲੀ 'ਚ ਹੀ ਨਾ ਲੱਗੇ ਰਹੋ। ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਣਾ ਪਏਗਾ, ਉਸ ਚੀਜ਼ ਦੀ ਗੱਲ ਹੋ ਰਹੀ ਹੈ। ਔਰ ਐਗਜ਼ਾਮਪਲ ਦਿੱਤਾ ਜਾ ਰਿਹਾ ਬੈਲੈਂਸ ਸ਼ੀਟ ਦਾ, ਜਦਕਿ ਬੈਲੈਂਸ ਸ਼ੀਟ ਦਾ ਉੱਤੇ ਕੋਈ ਮਤਲਬ ਨਹੀਂ ਹੈ, ਲੇਕਿਨ ਉਹ ਬੰਦਾ ਉਸ ਚੀਜ਼ ਨਾਲ ਜਾਣੂ ਹੈ, ਉਸ ਚੀਜ਼ ਦੀ ਫੈਮਿਲੀਅਰ ਹੈਗਾ ਉਸ ਚੀਜ਼ ਦੇ ਨਾਲ, ਤਾਂ ਉਹ ਉਸ ਚੀਜ਼ ਨੂੰ ਅੰਡਰਸਟੈਂਡ ਕਰ ਜਾਂਦਾ ਈਜ਼ੀਲੀ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਜੋ ਹੈ ਪਰਮਾਤਮਾ ਵਰਡ, ਰੱਬ ਵਰਡ, ਕਿਉਂਕਿ ਹੁਣ ਦੇਖੋ ਜੋ ਗੁਰੂ ਪਾਤਸ਼ਾਹ ਹੈਗੇ ਸੀਗੇ ਜਾਂ ਭਗਤ ਸਾਹਿਬਾਨ ਹੈਗੇ ਸੀਗੇ, ਉਸ ਟਾਈਮ ਦੇ ਵਿੱਚ ਜੋ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਪਰਮਾਤਮਾ, ਰੱਬ, ਪਾਪ ਪੁੰਨ, ਸਵਰਗ ਨਰਕ, ਮੁਕਤੀ, ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ, ਨਰਕ, ਕਈ ਚੀਜ਼ਾਂ ਇੱਦਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ। ਤਾਂ ਉਹ ਸਿਨੈਰੀਓ ਉਸ ਟਾਈਮ ਦੇ ਆਪਾਂ ਕਈ ਵਾਰ ਸਕੂਲ 'ਚ ਹੀ ਪੜ੍ਹਦੇ, ਉਸ ਯੁੱਗ ਨੂੰ ਜੋ ਹੈ ਭਗਤੀ ਯੁੱਗ ਕੁਛ ਇੱਦਾਂ ਕਿਹਾ ਜਾਂਦਾ ਸੀਗਾ, ਐਗਜ਼ੈਕਟਲੀ ਯਾਦ ਨਹੀਂ ਹੈ ਮੈਨੂੰ, ਮਤਲਬ ਸ਼ਾਇਦ ਯਾਦ ਕਰਨਾ। ਉਹ ਫਿਰ ਉਹ ਚੈਪਟਰ ਆਉਂਦੇ ਸੀ, ਉਹਨਾਂ ਦੇ ਵਿੱਚ ਭਗਤ ਕਬੀਰ ਦੇ ਬਾਰੇ, ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਪੜ੍ਹਾਇਆ ਜਾਂਦਾ ਸੀਗਾ, ਬੁੱਧ ਦੇ ਬਾਰੇ ਪੜ੍ਹਾਇਆ ਜਾਂਦਾ ਸੀਗਾ। ਮਤਲਬ ਉਹ ਜੋ ਯੁੱਗ ਮੰਨਿਆ ਜਾਂਦਾ, ਉਹ ਟਾਈਮ ਪੀਰੀਅਡ ਜੋ ਮੰਨਿਆ ਜਾਂਦਾ ਉਸ ਵਾਲਾ, ਉਹ ਭਗਤੀ ਦਾ ਟਾਈਮ ਪੀਰੀਅਡ ਮੰਨਿਆ ਜਾਂਦਾ ਹੈ, ਕਿਉਂਕਿ ਉਸ 'ਚ ਉਹ ਚੀਜ਼ਾਂ ਦੇ ਬਾਰੇ ਗੱਲ ਹੋ ਰਹੀ ਹੁੰਦੀ ਹੈ, ਉਸ ਤਰ੍ਹਾਂ ਦੇ ਵਰਡ ਯੂਜ਼ ਕਰਕੇ। ਅਤੇ ਇਸੇ ਕਰਕੇ ਗੁਰਬਾਣੀ ਦੇ ਵਿੱਚ ਜੋ ਵਰਡ ਯੂਜ਼ ਕੀਤੇ ਗਏ ਨੇ, ਪਰਮਾਤਮਾ, ਰੱਬ, ਆਵਣ ਜਾਣ, ਜਨਮ ਮਰਨ, ਉਹ ਉन्हीं ਚੀਜ਼ਾਂ ਨੂੰ ਯੂਜ਼ ਕਰਕੇ ਕੀਤੇ ਗਏ। ਜਦੋਂ ਹੁਣ ਆਪਾਂ ਐਗਜ਼ਾਮਪਲ ਸਬਜੀ ਹਿਮਾਲਿਆ ਪਰਬਤ ਦਾ ਕੋਈ ਉਸ ਮਤਲਬ ਨਹੀਂ ਸੀਗਾ, ਲੇਕਿਨ ਉਸ ਚੀਜ਼ ਨੂੰ ਉਹਦੇ ਨਾਲ ਰੈਫਰੈਂਸ ਦਿੱਤਾ ਗਿਆ ਹੈ। ਸਿਸਟਮ ਵਰਡ ਜੋ ਹੈ ਕੰਪਿਊਟਰ ਸਿਸਟਮ ਨੂੰ ਰਿਪਰੈਜ਼ੈਂਟ ਕਰਦਾ ਪਿਆ ਸੀਗਾ ਉੱਥੇ। ਬੈਲੈਂਸ ਸ਼ੀਟ ਜੋ ਹੈ ਉਹ ਅਕਾਊਂਟ ਦੀ ਬੈਲੈਂਸ ਸ਼ੀਟ ਦੀ ਗੱਲ ਨਹੀਂ ਹੋ ਰਹੀ ਸੀ, ਲਾਈਫ ਦੀ ਗੱਲ ਹੋ ਰਹੀ ਸੀਗੀ ਉੱਧਰ। ਇਸੇ ਤਰ੍ਹਾਂ ਇਹ ਜੋ ਵਰਡ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਹਿੰਦੇ, ਤੁਸੀਂ ਉਹਨੂੰ ਕਹਿੰਦੇ ਆ ਰੱਬ ਇੱਦਾਂ ਹੈ, ਰੱਬ ਉਹ ਸ਼ਕਤੀ ਹੈ, ਇਹ ਸ਼ਕਤੀਆਂ ਇੱਦਾਂ ਕਰਦੀ ਹੈ, ਉਹ ਕਰਦੀ, ਕਹਿੰਦਾ ਮੈਂ ਦੱਸਦਾ ਕਿੱਦਾਂ ਰੱਬ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਉਹਨੇ ਇਸੇ ਸਾਨੂੰ ਸਮਝਾਇਆ ਨਾ ਕਿ ਆਪਾਂ ਰੱਬ ਨੂੰ ਸਮਝੋ ਇਹ ਕੀ ਹੈ। ਆਪਾਂ ਪਿੱਛੇ ਸਾਰੇ ਉਹਨੇ ਡਿਸਕਸ ਕਰਦੇ ਹੀ ਆ ਰਹੇ ਹਾਂ, ਕਈ ਐਪੀਸੋਡ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਇਸ ਚੀਜ਼ ਦੇ ਬਾਰੇ। ਜੋ ਪੂਰਾ ਫੈਲਿਆ ਹੋਇਆ, ਹਰ ਜਗ੍ਹਾ ਸਮਾਇਆ ਹੋਇਆ ਹੈ, ਉਹੀ ਹੈ ਸਭ ਕੁਝ, ਹੋਰ ਤਾਂ ਕੁਛ ਹੈ ਹੀ ਨਹੀਂ। ਉਹ ਸਾਡੇ ਵਿੱਚ ਵੀ ਹਰ ਜਗ੍ਹਾ ਹੈ। ਉਹਨੂੰ ਪੂਰੀ ਸਮੁੱਚਤਾ ਨੂੰ ਰੱਬ ਕਹਿੰਦੇ ਆ। ਤੁਸੀਂ ਉਹਨੂੰ ਰੱਬ ਕਹਿ ਲਓ, ਸ਼ਕਤੀ ਕਹਿ ਲਓ, ਕੁਛ ਵੀ ਕਹਿ ਲਓ, ਉਹ ਇਹਨਾਂ ਮਤਲਬ ਨਹੀਂ ਹੈ। ਲੇਕਿਨ ਜੋ ਕੰਮ ਕਰਨਾ ਤੁਸੀਂ ਆਪ ਕਰਨਾ, ਆਪਣੇ ਹਿਸਾਬ ਨਾਲ ਕਰਨਾ ਹੈ। ਉਹਦੀ ਰਿਸਪੌਂਸਿਬਿਲਿਟੀ ਟੋਟਲੀ ਤੁਹਾਡੇ 'ਤੇ ਹੈ। ਦੂਸਰਾ ਜੋ ਹੈ ਆਪਾਂ ਗੱਲ ਕਰ ਰਹੇ ਹਾਂ ਕਿ ਦੂਸਰੀ ਆਪਾਂ ਕੀ ਸਮਝੀ ਸੀ, ਨਾਮ ਦੇ ਬਾਰੇ ਵੀ। ਨਾਮ ਵੀ ਆਪਾਂ ਸਮਝ ਚੁੱਕੇ ਹਾਂ। ਜੋ ਜਿੱਥੇ ਵੀ ਨਾਮ ਦੀ ਗੱਲ ਹੁੰਦੀ ਉੱਥੇ ਨਿਯਮ ਦੀ ਗੱਲ ਕੀਤੀ ਜਾ ਰਹੀ ਹੈ। ਹੋਰ ਇੱਕ ਵਰਡ ਸਭ ਤੋਂ ਕਾਫੀ ਜ਼ਿਆਦਾ ਯੂਜ਼ ਕੀਤਾ ਗਿਆ, ਗੁਰੂ। ਗੁਰੂ ਵਰਡ ਕਿਹਦੇ ਵਾਸਤੇ ਯੂਜ਼ ਕੀਤਾ ਗਿਆ ਹੈ? ਕਿਉਂ ਅਗਰ ਗੁਰੂ ਨਾਨਕ ਪਾਤਸ਼ਾਹ ਉਸ ਚੀਜ਼ ਨੂੰ ਵਰਤਦੇ ਹੈ ਤਾਂ ਇਹਦਾ ਮਤਲਬ ਕੀ ਉਹ ਆਪਣੇ ਬਾਰੇ ਗੱਲ ਕਰਦੇ ਪਏ ਹੈ, ਜਾਂ ਪੂਰੀ 10 ਪਾਤਸ਼ਾਹੀਆਂ ਵਾਸਤੇ ਆਇਆ ਗਿਆ, ਲਿਖਿਆ ਗਿਆ ਵਰਡ। ਕਿਉਂਕਿ ਪਰ ਉਦੋਂ ਦੇ 10 ਪਾਤਸ਼ਾਹ ਹੁੰਦੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ 'ਤੇ। ਗੁਰੂ ਅੰਗਦ ਪਾਤਸ਼ਾਹ ਦੇ ਟਾਈਮ 'ਤੇ ਵੀ 10 ਪਾਤਸ਼ਾਹੀਆਂ ਨਹੀਂ ਸੀਗੀਆਂ, ਉਹਨਾਂ ਨੇ ਕੀ ਆਪਣੇ ਬਾਰੇ ਲਿਖਿਆ? ਗੁਰੂ ਗ੍ਰੰਥ ਸਾਹਿਬ ਤੋਂ ਹੈ ਨਹੀਂ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਗਿਆ ਜੋ ਸਾਨੂੰ ਕਿਹਾ ਜਾਂਦਾ ਹੈ ਕਿ ਵੇ ਪੜ੍ਹੋ ਜੀ, ਗੁਰੂ ਪਰਮੇਸ਼ਰ ਇੱਕੋ ਜਾਣੇ, ਕਿ ਗੁਰੂ ਕੇ ਸਾਹਮਣੇ ਮੱਥਾ ਟੇਕੋ ਤਾਂ ਪਰਮੇਸ਼ਰ ਹੈਗਾ। ਜਾਂ ਗੁਰੂ ਸਾਹਿਬ ਕਿਆ ਕਹਿੰਦੇ ਹੋਣਗੇ ਕਿ ਲਓ ਮੈਂ ਬੈਠਾ ਯਾਰ, ਮੈਂ ਪਰਮੇਸ਼ਰ ਹੈਗਾ। ਗੁਰੂ ਪਰਮੇਸ਼ਰ ਇੱਕੋ ਜਾਣੇ ਯਾਰ, ਦੇਖੋ ਪਰਮੇਸ਼ਰ ਬੈਠਾ ਹੈ, ਦੂਰ ਕੀ ਜਾਣਾ, ਮੈਂ ਹੀ ਬੈਠਾ ਹਾਂ। ਇਹ ਚੀਜ਼ ਤਾਂ ਨਹੀਂ ਸੀ ਨਾ। ਜੋ ਗੁਰੂ ਸ਼ਬਦ ਵਰਤਿਆ ਗਿਆ ਹੈ ਉਹ ਗਿਆਨ ਬਾਰੇ, ਯਾਨੀ ਕਿ ਕਾਮਨ ਸੈਂਸ, ਜਿਹਨੂੰ ਆਪਾਂ ਸਹਿਜ ਗਿਆਨ ਕਹਿੰਦੇ ਹਾਂ, ਇੰਗਲਿਸ਼ 'ਚ ਕਾਮਨ ਸੈਂਸ ਕਿਹਾ ਜਾਂਦਾ ਹੈ।
ਉਹ ਹਰ ਜਗ੍ਹਾ ਉਹਨਾਂ ਨੇ ਯੂਜ਼ ਕੀਤੀ। ਭਾਵੇਂ ਉਹ ਹਰਿਦੁਆਰ ਜਾ ਕੇ ਪਾਣੀ ਪਾਉਣ ਦੀ ਗੱਲ ਸੀਗੀ, ਕਿਉਂਕਿ ਸਭ ਪਤਾ ਸੀਗਾ, ਸਾਨੂੰ ਵੀ ਪਤਾ ਕਿ ਪਾਣੀ ਇੱਕ ਜਗ੍ਹਾ ਪਾਵਾਂਗੇ ਤਾਂ ਸੂਰਤ ਤੱਕ ਤੇ ਪਾਣੀ ਪਹੁੰਚ ਨਹੀਂ ਰਿਹਾ, ਪਰ ਫਿਰ ਵੀ ਉਹ ਲੋਕੀ ਉਸ ਚੀਜ਼ ਨੂੰ ਕੰਮ ਕਰਦੇ ਪਏ ਸੀਗੇ। ਤੇ ਉਹਨਾਂ ਨੂੰ ਉਸ ਚੀਜ਼ ਨੂੰ ਸਮਝਾਉਣ ਵਾਸਤੇ ਜੋ ਉਲਟੇ ਪਾਸੇ ਪਾਣੀ ਪਾਇਆ। ਉਹਨਾਂ ਨੂੰ ਇਹ ਚੀਜ਼ ਕਿੱਥੋਂ ਪਤਾ ਲੱਗੀ? ਕਾਮਨ ਸੈਂਸ ਤੋਂ ਨਾ, ਆਪਣੇ ਗਿਆਨ ਤੋਂ। ਕਈ ਵਾਰ ਗੱਲਾਂ ਸਾਨੂੰ ਵੀ ਪਤਾ ਹੁੰਦੀਆਂ ਪਰ ਆਪਾਂ ਬੋਲਦੇ ਨਹੀਂ ਉਸ ਚੀਜ਼ ਬਾਰੇ, ਸਟੈਂਡ ਨਹੀਂ ਲੈਂਦੇ ਉਸ ਚੀਜ਼ ਦਾ। ਕਾਮਨ ਸੈਂਸ ਸਾਡੀ ਦੱਸ ਰਹੀ ਹੁੰਦੀ ਕਿ ਇਹ ਚੀਜ਼ ਇੱਦਾਂ ਨਹੀਂ ਹੁੰਦੀ ਭਾਈ, ਇਹਦਾ ਕੁਝ ਹੋਰ ਮਤਲਬ ਹੈ, ਪਰ ਆਪਾਂ ਨਹੀਂ ਛੱਡਦੇ ਉਹਨੂੰ, ਫਿਰ ਵੀ ਉਸ ਚੀਜ਼ ਦੇ ਪਿੱਛੇ ਉੱਦਾਂ ਹੀ ਲੱਗੇ ਹੁੰਦੇ ਹਾਂ ਗਲਤ ਕਰਨ ਵਾਸਤੇ। ਭਾਵੇਂ ਉਹ ਜਨੇਊ ਪਾਉਣ ਦੀ ਗੱਲ ਸੀਗੀ ਤਾਂ ਉਹਨਾਂ ਨੇ ਉਹਨੂੰ ਕੰਟਰਾਡਿਕਟ ਕੀਤਾ ਕਿ ਇਹ ਚੀਜ਼ ਕਿੱਦਾਂ ਹੈ, ਅਗਰ ਮੇਰੇ ਵਾਸਤੇ ਹੈ ਤਾਂ ਜਨਾਨੀਆਂ ਵਾਸਤੇ ਕਿਉਂ ਨਹੀਂ ਹੈ, ਲੇਡੀਜ਼ ਵਾਸਤੇ ਤੁਸੀਂ ਕਿਉਂ ਨਹੀਂ ਇਹਨੂੰ ਕਰਦੇ, ਸਿਰਫ ਬੰਦੇ ਹੀ ਜਨੇਊ ਪਾ ਸਕਦੇ ਆ, ਔਰ ਪਾ ਸਕਦੇ ਤੇ ਟੁੱਟ ਜਾਏਗਾ, ਧਾਗਾ ਹੈਗਾ। ਇਹ ਗੱਲਾਂ ਕਿਸ ਤੇ? ਕਾਮਨ ਸੈਂਸ ਦੀ ਗੱਲਾਂ ਕੀਤੀਆਂ ਗਈਆਂ ਨਾ। ਅੱਜ ਵੀ ਜੋ ਗੱਲ ਹੈ, ਬੱਚਾ ਤੁਹਾਨੂੰ ਪੁੱਛਦਾ ਹੈ ਕਿ ਜਦ ਬਾਬਾ ਦੀਪ ਸਿੰਘ ਦੀ ਕਹਾਣੀ ਸੁਣਾਈ ਜਾਂਦੀ ਹੈ ਕਿ ਉਹ ਸਿਰ ਲੱਥਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਲੜਦੇ ਰਹੇ, ਸਾਨੂੰ ਪਤਾ ਨਹੀਂ, ਪੋਸੀਬਲ ਨਹੀਂ ਹੈ, ਹੋ ਨਹੀਂ ਸਕਦਾ, ਪਰ ਸਾਡੇ ਦਿਮਾਗ 'ਚ ਕੀ ਪਾਇਆ ਗਿਆ? ਸ਼ਕਤੀ ਹੁੰਦੀ ਹੈ, ਸ਼ਕਤੀ ਤਾਕਤ ਹੁੰਦੀ ਹੈ। ਔਰ ਉਹੀ ਗੱਲ ਆਪਾਂ ਬੱਚਾ ਸਾਨੂੰ ਕੁਐਸਚਨ ਕਹਿੰਦਾ ਇੱਦਾਂ ਕਿੱਦਾਂ ਹੋ ਸਕਦਾ ਹੈ? ਸਿਰ ਕੱਟ ਕੇ ਤਾਂ ਕੋਈ ਲੜ ਨਹੀਂ ਸਕਦਾ, ਜਿੰਦਾ ਹੀ ਨਹੀਂ ਬਚੇਗਾ ਬੰਦਾ, ਓਬਵੀਅਸ ਜੀ ਗੱਲ ਹੈ। ਅਗਰ ਐਸੀ ਕੋਈ ਗੱਲ ਹੈ ਤੇ ਅੱਜ ਦੀ ਡੇਟ ਦੇ ਵਿੱਚ ਇਹਦਾ ਮਤਲਬ ਕਿ ਕੋਈ ਮਹਾਂਪੁਰਖ ਨਹੀਂ ਹੈ, ਕੋਈ ਕੁਛ ਨਹੀਂ ਹੁੰਦੀ, ਤੇ ਫਿਰ ਗੱਦੀਆਂ 'ਤੇ ਬੈਠੇ ਕਿਉਂ ਆਪਣੀ ਬਕਵਾਸ ਕਰਦੇ ਨੇ ਸਾਰੀ? ਨਹੀਂ ਹੈ ਨਾ, ਸਾਨੂੰ ਪਤਾ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ, ਫਿਰ ਵੀ ਆਪਾਂ ਉਸ ਚੀਜ਼ ਨੂੰ ਫੋਲੋ ਕਰਦੇ ਹਾਂ, ਮੰਨਦੇ ਹਾਂ। ਗੁਰੂ ਪਾਤਸ਼ਾਹ ਨੇ ਇਹ ਚੀਜ਼ 'ਤੇ ਕਿਹਾ ਸੀਗਾ, ਆਪਣੇ ਗੁਰੂ ਦਾ ਯੂਜ਼ ਕਰੋ, ਮਤਲਬ ਆਪਣੇ ਗੁਣਾਂ ਦਾ, ਆਪਣੇ ਜੋ ਤੁਹਾਡੀ ਸਮਝ ਹੈਗਾ ਉਹਦਾ ਯੂਜ਼ ਕਰੋ ਨਾ, ਉਹਨੂੰ ਡਿਵੈਲਪ ਕਰੋ। ਤੁਸੀਂ ਬੱਚਾ ਛੋਟਾ ਹੁੰਦਾ, ਉਹਦੀ ਕਾਮਨ ਸੈਂਸ ਥੋੜੀ ਘੱਟ ਹੁੰਦੀ, ਵੱਧਦਾ ਜਦ ਵੱਡੇ ਹੁੰਦੇ ਆਪਾਂ ਕਾਮਨ ਸੈਂਸ ਵੱਧਦੀ ਜਾਂਦੀ ਹੈ, ਤਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੀਏ ਨਾ। ਆਪਾਂ ਤਾਂ ਇਹੋ ਚੱਕਰਾਂ 'ਚ ਪੈ ਕੇ ਸਗੋਂ ਉਹਨੂੰ ਹੋਰ ਡਲ ਕਰ ਲੈਂਦੇ ਹਾਂ। ਹਰ ਤਰਫੋਂ, ਹਰ ਪੱਖ ਤੋਂ ਗੱਲ ਵਿਚਾਰੀ ਨਹੀਂ ਜਾਂਦੀ। ਜਾਂ ਸਾਨੂੰ ਉਹਨਾਂ ਦਾ ਕਨਸੈਪਟ ਦੇਖੋ, ਗੁਰੂ ਪਾਤਸ਼ਾਹ ਦਾ ਕਨਸੈਪਟ ਤੇ ਸਾਨੂੰ ਨਾਲ ਲੈ ਕੇ ਚੱਲਣਾ ਪਏਗਾ ਨਾ। ਕਿਸ ਚੀਜ਼ ਬਾਰੇ ਗੱਲ ਕਰਨਾ ਚਾਹੁੰਦੇ ਸੀ ਉਹ? ਇਹਨਾਂ ਚੀਜ਼ਾਂ ਤੋਂ ਤੋੜਨਾ ਚਾਹੁੰਦੇ ਸੀ ਨਾ ਕਿ ਤੁਸੀਂ ਇਹ ਸ਼ਕਤੀਆਂ ਦੇ ਪਿੱਛੇ ਲੱਗੇ ਹੋ, ਐਸਾ ਬਕਵਾਸ ਹੈ, ਇਹ ਕੁਛ ਨਹੀਂ ਹੁੰਦਾ। ਇਹ ਵੀ ਆਪਾਂ ਸਮਝ ਚੁੱਕੇ ਹਾਂ ਕਿ ਹਾਂ, ਅਗਰ ਉਹ ਅੱਲਾ ਕਹਿ ਰਹੇ ਸੀ, ਰਾਮ ਕਹਿ ਰਹੇ ਸੀਗੇ, ਤਾਂ ਉਹਨਾਂ ਨੇ ਕਿ ਨਵਾਂ ਵਰਡ ਲਾ ਕੇ ਵਾਹਿਗੁਰੂ ਥੋੜ੍ਹੀ ਰੱਖਤਾ ਹੋਏਗਾ ਕਿਉਂ ਤੁਸੀਂ ਇਹਨੂੰ ਯੂਜ਼ ਕਰੋ, ਉਹ ਛੱਡ ਦਿਓ, ਪੁਰਾਣੇ ਹੋ ਗਏ। ਇਹ ਚੀਜ਼ ਤੇ ਨਹੀਂ ਰਹੀ ਸੀ ਨਾ। ਇਹ ਚੀਜ਼ ਕਿੱਥੋਂ ਪਤਾ ਲੱਗ? ਸਾਨੂੰ ਸਾਡੀ ਕਾਮਨ ਸੈਂਸ ਤੋਂ। ਉਹਨਾਂ ਨੇ ਇਸੇ ਚੀਜ਼ ਨੂੰ ਹੀ ਪ੍ਰੈਫਰ ਕੀਤਾ ਕਿ ਤੁਸੀਂ ਇਸ ਚੀਜ਼ ਨੂੰ ਯੂਜ਼ ਕਰੋ, ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਧੀਰੇ ਧੀਰੇ ਡਿਵੈਲਪ ਕਰੋ, ਆਪਣੇ ਨੂੰ ਧੀਰੇ ਧੀਰੇ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਚੀਜ਼ ਉਹ ਆਪਣੇ ਡਿਵੈਲਪਮੈਂਟ ਉਸ ਚੀਜ਼ ਦੀ ਹੋ ਜਾਂਦੀ ਹੈ। ਆਪਾਂ ਸਮਝਾਂਗੇ, ਬੱਚਿਆਂ ਨੂੰ ਸਮਝਾਵਾਂਗੇ ਤਾਂ ਉਹ ਚੀਜ਼ ਹੋਰ ਵਧੇਗੀ, ਈਜ਼ੀਲੀ ਸਮਝ ਜਾਣਗੇ। ਅੱਗੇ ਉਹਨਾਂ ਦੀ ਜਨਰੇਸ਼ਨ ਨੂੰ ਹੋਰ ਸਮਝ ਆਏਗੀ, ਹੋਰ ਇਸ ਤਰ੍ਹਾਂ ਜੋ ਹੈ ਚੀਜ਼ ਜੋ ਹੈ ਡਿਵੈਲਪ ਹੁੰਦੀ ਵੱਧਦੀ ਹੈ। ਸਾਡਾ ਵਿਕਾਸ ਵੀ ਕਿੱਦਾਂ ਇੱਦਾਂ ਹੀ ਹੋਇਆ ਨਾ। ਇਨਸਾਨ ਦੇ ਵਿਕਾਸ ਦੀ ਗੱਲ ਆਪਾਂ ਪੜ੍ਹਦੇ ਸੁਣਦੇ ਆਏ ਹਾਂ ਅੱਜ ਤੱਕ, ਕਿੱਦਾਂ ਜੰਗਲਾਂ ਤੋਂ ਲੈ ਕੇ ਕਿੱਥੇ ਤੱਕ ਆਪਾਂ ਹੁਣ ਇਸ ਸਟੇਜ ਤੱਕ ਪਹੁੰਚ ਗਏ, ਆਪਾਂ ਵਿਕਸਿਤ ਹੋਏ ਹਾਂ। ਉਸ ਸੈਂਸ ਦਾ, ਉਸ ਦਿਮਾਗ ਦਾ ਯੂਜ਼ ਕਰਕੇ ਤੇ ਹੋਏ हैं। ਉਸ ਚੀਜ਼ ਨੂੰ ਗੁਰੂ ਕਿਹਾ ਗਿਆ ਹੈ, ਨਾ ਕਿ ਗੁਰੂ ਪਾਤਸ਼ਾਹ ਆ ਕੇ ਬੈਠ ਗਏ तो ਉਹਨੂੰ ਗੁਰੂ ਕਹਿ ਦਿੱਤਾ ਗਿਆ। ਫਿਰ ਤਾਂ ਭਗਤ ਸਾਹਿਬਾਨਾਂ ਨੇ ਪਹਿਲਾਂ ਗੁਰੂ ਕਿੱਦਾਂ ਕਹਿ ਦਿੱਤਾ। ਤੇ ਇਹ ਚੀਜ਼ ਸਾਨੂੰ ਸਮਝ ਨਹੀਂ ਪਏਗੀ ਕਿ ਕਿੱਥੇ ਕਿੱਥੇ ਜਾ ਕੇ ਜੋ ਹੈ ਸਾਨੂੰ ਗੱਲਾਂ ਤੋਂ ਹਟਾ ਦਿੱਤਾ, ਡਾਇਵਰਟ ਕਰ ਦਿੱਤਾ ਗਿਆ ਹੈ। ਕਿਉਂਕਿ ਉੱਥੇ ਮਸਲਾ ਤਾਂ ਦੁਕਾਨਦਾਰੀ ਦਾ ਹੈ ਨਾ ਸਾਰੀ। ਹਰ ਵਾਰੀ ਮੈਂ ਇਹ ਗੱਲ ਬੋਲਦਾ ਕਿ ਮਸਲਾ ਦੁਕਾਨਦਾਰੀ ਦਾ ਹੈ, ਕਿਉਂਕਿ ਆਪਾਂ ਉਸ ਚੀਜ਼ ਬਾਰੇ ਵਿਚਾਰ ਕਰਨਾ ਸੋਚੀਏ ਨਾ, ਆਪਾਂ ਕਿਉਂ ਟੁੱਟ ਗਏ ਗੁਰਬਾਣੀ ਦੇ ਉਸ ਤੋਂ ਲੜ ਤੋਂ, ਔਰ ਇਹਨਾਂ ਕਰਮ ਕਾਂਡਾਂ ਦੇ ਪਿੱਛੇ ਲੱਗੇ ਹੋਏ ਹਾਂ ਆਪਾਂ। ਮੂਰਤੀ ਪੂਜਾ ਦੀ ਗੱਲ ਹੁੰਦੀ ਹੈ, ਮੂਰਤੀ ਪੂਜਾ ਕਹਿੰਦੇ ਤੁਸੀਂ, ਆਪਾਂ ਨਹੀਂ ਕਰਦੇ ਮੂਰਤੀ ਪੂਜਾ, ਆਪਾਂ ਕਿਹਦੀ ਪੂਜਾ ਕਰ ਲੈਂਦੇ? ਗੁਰੂ ਗ੍ਰੰਥ ਸਾਹਿਬ ਜੀ ਦੀ। ਫਿਰ ਉਹ ਇਕੁਅਲ ਨਹੀਂ ਹੋਇਆ। ਅਗਰ ਤੁਸੀਂ ਕਿਸੇ ਚੀਜ਼ ਨੂੰ ਮੇਜ਼ਰ ਕਰਨਾ ਹੈ ਤਾਂ ਉਸ ਜਗ੍ਹਾ ਤੁਸੀਂ ਉਸ ਚੀਜ਼ ਨਾਲ ਮੇਜ਼ਰ ਕਰ ਰਹੇ ਹੋ, ਤਾਂ ਇਸ ਜਗ੍ਹਾ ਵੀ ਤੁਹਾਨੂੰ ਇਸੇ ਚੀਜ਼ ਨਾਲ ਮੇਜ਼ਰ ਕਰਨਾ ਪਏਗਾ ਨਾ।
ਹਾਂ ਸਿਰਫ ਉੱਥੇ ਹਿੰਦੂ ਮੁਸਲਿਮ ਦੀ ਗੱਲ ਕੀਤੀ ਗਈ ਸੀਗੀ, ਉਹਨਾਂ ਨੂੰ ਸਮਝਾਇਆ ਗਿਆ ਸੀਗਾ, ਅਤੇ ਸਾਡੇ 'ਤੇ ਚੀਜ਼ ਲਾਗੂ ਨਹੀਂ ਹੁੰਦੀ, ਐਦਾਂ ਨਹੀਂ ਹੈ ਨਾ। ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਜਾਂ ਮੂਰਤੀ ਅੱਗੇ ਮੱਥਾ ਟੇਕਣਾ ਇੱਕੋ ਹੀ ਹੋਏਗਾ ਅਗਰ ਤੁਸੀਂ ਉਹਦੇ ਕਨਸੈਪਟ ਨੂੰ ਨਹੀਂ ਸਮਝਦੇ। ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੂਰਤੀ ਦਾ ਪੱਥਰ ਹੈ ਜਾਂ ਫੋਟੋ ਕੀ ਹੈ, ਕਾਗਜ਼ ਹੈ, ਉਹਦੇ ਅੱਗੇ ਮੱਥਾ ਟੇਕਣ ਦਾ ਕੋਈ ਮਤਲਬ ਤਾਂ ਹੈ ਨਹੀਂ, ਕੁਛ ਨਹੀਂ ਮਿਲ ਜਾਣਾ ਉਹਦੇ ਨਾਲ, ਉਹਨੇ ਕੁਛ ਨਹੀਂ ਦੇਣਾ ਤੁਹਾਨੂੰ, ਜਿੰਨੇ ਮਰਜ਼ੀ ਤੁਸੀਂ ਪੜ੍ਹ ਕੇ ਪਾਠ ਕਰੀ ਜਾਓ, ਕੁਛ ਨਹੀਂ ਦੇਣਾ। ਹਾਂ, ਅਗਰ ਤੁਸੀਂ ਉਹਨੂੰ ਸਮਝਦੇ ਹੋ ਕੀ ਲਿਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਿਸ ਕਨਸੈਪਟ ਦੇ ਵਿੱਚ ਲਿਖਿਆ ਗਿਆ ਹੈ, ਕੀ ਕਰਨ ਵਾਸਤੇ ਕਿਹਾ ਗਿਆ ਹੈ, ਉਸ ਚੀਜ਼ ਨੂੰ ਆਪਾਂ ਅਗਰ ਅਪਣਾਉਂਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਯਾਰ ਉਸ ਟਾਈਮ ਦੇ ਵਿੱਚ ਗੁਰੂ ਸਾਹਿਬਾਨਾਂ ਨੇ 400-500 ਸਾਲ ਪਹਿਲਾਂ ਡਿਕਟੇਟਰਸ਼ਿਪ ਦੇ ਟਾਈਮ ਜੋ ਇੰਨੇ ਵੱਡੇ ਸਟੈਂਡ ਲਿੱਤੇ, ਇੰਨੀ ਵੱਡੀਆਂ ਗੱਲਾਂ ਬੋਲੀਆਂ, ਜਿਹਨੂੰ ਆਪਾਂ ਹਜੇ ਤੱਕ ਆਪਾਂ ਆਪਣੀ ਲਾਈਫ 'ਚ ਯੂਜ਼ ਕਰਨ ਤੋਂ ਡਰਦੇ ਪਏ, ਉਹ ਨਹੀਂ ਕਰ ਪਾ ਰਹੇ। ਉਸ ਟਾਈਮ ਉਹਨਾਂ ਨੇ ਉਹ ਗੱਲਾਂ ਕੀਤੀ, ਉਹ ਸਟੈਂਡ ਲਿੱਤੇ, ਉਹ ਚੀਜ਼ਾਂ ਉਹਨਾਂ 'ਚ ਲਿਖੀਆਂ, ਅਤੇ ਇਸ ਕਰਕੇ ਉਹਦੇ ਅੱਗੇ ਮੱਥਾ ਟੇਕਣ ਦਾ ਸਾਨੂੰ ਜਜ਼ਬਾ ਪੈਦਾ ਹੁੰਦਾ ਕਿ ਹਾਂ ਕਿ ਯਾਰ ਹੈ ਵਾਕਈ ਨਤਮਸਤਕ ਹੋਣਾ ਚਾਹੀਦਾ ਇਹਦੇ ਅੱਗੇ। ਉਹ ਚੀਜ਼ ਹੈ, ਨਾ ਕਿ ਇਹ ਚੀਜ਼ ਹੈ ਕਿ ਮੱਥਾ ਟੇਕ ਕੇ ਮੈਨੂੰ ਇਹ ਦੇ ਦਿਓ, ਮੈਨੂੰ ਉਹ ਦੇ ਦਿਓ, ਮੇਰਾ ਇਹ ਕੰਮ ਕਰ ਦਿਓ, ਮੇਰਾ ਕੰਮ ਕਰਵਾ ਦਿਓ, ਐਦਾਂ ਨਹੀਂ ਹੈ। ਫਿਰ ਤਾਂ ਮੂਰਤੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਫ਼ਰਕ ਨਹੀਂ ਹੈਗਾ, ਜਾਂ ਕਾਗਜ਼ ਦੀ ਫੋਟੋ ਦੇ ਵਿੱਚ ਕੋਈ ਫ਼ਰਕ ਨਹੀਂ ਹੈ, ਫਿਰ ਤੇ ਸਭ ਬੇਕਾਰ ਹੈ, ਕੂੜਾ ਹੈ। ਇਹ ਚੀਜ਼ ਸਮਝ ਨਹੀਂ ਪਏਗੀ। ਤੋ ਇਹ ਸਭ ਚੀਜ਼ਾਂ ਆਪਾਂ ਵਿਚਾਰ ਕਰੀਏ, ਇਹ ਚੀਜ਼ਾਂ ਨੂੰ ਥੋੜ੍ਹਾ ਪਕੜਨ ਦੀ ਕੋਸ਼ਿਸ਼ ਕਰੀਏ ਕਿ ਵਾਕਈ ਇਹ ਚੀਜ਼ਾਂ ਇੱਦਾਂ ਹੀ ਹੈ ਜਾਂ ਨਹੀਂ ਹੈ, ਕਿਉਂ ਬੇਵਕੂਫ ਬਣਾਇਆ। ਵਾਰ ਐਸੀ ਚੀਜ਼ ਦੀ ਆਪਾਂ ਗੱਲ ਕਰਦੇ ਪਏ, ਐਸੀ ਚੀਜ਼ ਨੂੰ ਆਪਾਂ ਅੱਗੇ ਕੰਟੀਨਿਊ ਵੀ ਰੱਖਾਂਗੇ, ਥੋੜ੍ਹੀ ਹੋਰ ਚੀਜ਼ਾਂ ਸਮਝਾਂਗੇ, ਥੋੜ੍ਹੀ ਇੰਟਰਸਟਿੰਗ ਤਰੀਕੇ ਨਾਲ ਚੀਜ਼ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਕਿੱਥੇ ਗੱਲਾਂ ਨੂੰ ਮੈਨੂਪੂਲੇਟ ਕੀਤਾ ਜਾਂਦਾ ਹੈ। ਫਿਰ ਮਿਲਦੇ ਲਈ ਆਪਾਂ ਆਪਣੀ ਅਗਲੀ ਸੀਰੀਜ਼ ਦੇ ਵਿੱਚ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।